स्टूडेंट्स अज आप सैकंड चैप्टर की सैकंड वीडियो बनाने लगे हाँ। फस्ट वीडियो के आपने सिर्फ बेसिक समझे सीगे बहुत डिटेल के जाके तो अज आप 2A एक्सरसाइज करन लगे हैं। उस तो पहला जो बेसिक करी सीगे उहदी जिहड़ी मेन गल आप याद रखनी है वो ये है, ये सारा टेबल तुसीं हूबहू याद भी रखना तो आसानी नाल याद हो जाऊगा। तुहानूं मैं सिखाया दीगा भी किवें याद रखना। तो हुण जो ये बेसिक गल्लां आपां नूं बहुत ज़्यादा आपां नूं लोड़ पैनी आ वो मैं एक बार रिपीट करन लग्या। अज आप 2A एक्सरसाइज पूरी करांगे अज दी वीडियो दे विच। तां ये तुसीं याद रखना भी जिहड़ा साइन इनवर्स हुंदा, टैन हुंदा ते कोसीकेंट इनवर्स हुंदा, मतलब साइन ते साइन दा रेसिप्रोकल हो गया कोसीकेंट ते एक टैन, ये तिन्ने तां इक्को वांगू बिहेव करदे आ अप्रोक्सीमेटली। किवें -π/2 टू π/2 इन्हां दी रेंज हुंदी है थोड़े थोड़े फर्क नाल। जिवें इह च स्क्वायर ब्रैकेट है, टैन वाले च राउंड ब्रैकेट है, ਇਹਦੇ ਵਿੱਚ ਸਕੁਆਇਰ ਬ੍ਰੈਕਟ ਚੋਂ ਬਸ 0 ਛੱਡਿਆ ਹੋਇਆ। ਤਾਂ ਇਹ ਤੁਸੀਂ ਯਾਦ ਰੱਖਣਾ ਵੀ ਸਾਈਨ ਟੈਨ ਤੇ ਕੋਸੀਕੈਂਟ ਹੈ ਜਿਹੜੇ ਇਹ -π/2 ਟੂ π/2 ਵਾਲੀ ਚੀਜ਼ ਹੁੰਦੀ ਹੈ। ਬਾਕੀ ਥੋੜੇ ਥੋੜੇ ਫਰਕ ਨਾਲ ਇਹ ਅੱਡ-ਅੱਡ ਯਾਦ ਰਹਿ ਜਾਣਗੇ। ਤੇ ਜਿਹੜੇ ਬਾਕੀ ਰਹਿ ਗਏ cos ਤੇ ਉਹਦਾ ਰੈਸੀਪ੍ਰੋਕਲ ਸੀਕੈਂਟ ਤੇ cot ਇਨਵਰਸ, ਇਹ ਤਿੰਨੇ 0 ਤੋਂ π ਤੱਕ ਹੁੰਦੇ ਆ। 0 ਤੋਂ π, ਇਹ ਵੀ 0 ਟੂ π ਹੈ, ਬਸ ਰਾਉਂਡ ਬ੍ਰੈਕਟ ਹੈ, ਇਹ ਵੀ 0 ਟੂ π ਹੈ, ਵਿੱਚੋਂ π/2 ਮਾਈਨਸ ਹੈ। ਤਾਂ ਇਹ ਚੀਜ਼ਾਂ ਤੁਸੀਂ ਹੂਬਹੂ ਯਾਦ ਰੱਖਣੀਆਂ ਨੇ भी साइन टैन ते कोसीकेंट इनवर्स ने जिहड़े इक्को वांगू बिहेव करते हैं, बाकी ते ने इक्को वांगू बिहेव करते हैं। तो पहली गल तो ये आपां नूं बहुत चंगी तरह याद होनी चाहिए है। जिन्ना टाइम नहीं याद तुसीं टेबल बना के भी रख सकते हो कोल। दूसरा आपां नूं ये टेबल याद होना चाहिए। ये आपां ने 10th च भी कीता होया ते आपां ने ये +1 च भी कीता होया। वैल्यूज़ ने साइन कॉस दियां, ये भी आपां नूं याद होनियां चाहिए ने। सिर्फ ਤੁਹਾਨੂੰ पता भी आ साइन कॉस ते टैन याद रख के आ उन्हां दे ही ਰੈਸੀਪ੍ਰੋਕਲ ਹੁੰਦੇ ਆ। ਸਾਈਨ ਦਾ ਰੈਸੀਪ੍ਰੋਕਲ ਕੋਸੀਕੈਂਟ ਵਾਲੀਆਂ ਵੈਲਿਊਜ਼ ਹੁੰਦੀਆਂ ਨੇ, ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਇਹਦੀ ਵੀ ਆਪਾਂ ਨੂੰ ਲੋੜ ਪਊਗੀ। ਤਾਂ ਇਹ ਦੋ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਇੱਕ ਉਹ ਪਿਛਲਾ ਟੇਬਲ ਜੋ ਦੱਸਿਆ, ਇੱਕ ਇਹ ਟੇਬਲ। ਹੁਣ ਆਪਾਂ ਕੁਐਸਚਨਾਂ ਬਾਰੇ ਗੱਲ ਕਰਦੇ ਹਾਂ। ਅੱਜ ਜਿੰਨੇ ਵੀ ਕੁਐਸਚਨ ਹੋਣਗੇ ਸਾਰਿਆਂ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਕੁਐਸਚਨ ਸੇਮ ਹੀ ਮਿਲੂਗਾ ਕਿ ਫਾਈਂਡ ਦਾ ਪ੍ਰਿੰਸੀਪਲ ਵੈਲਿਊਜ਼ ਆਫ ਈਚ ਆਫ ਦਾ ਫੋਲੋਇੰਗ, ਕਿ ਇਹਨਾਂ ਦੀਆਂ ਪ੍ਰਿੰਸੀਪਲ ਵੈਲਿਊਜ਼ ਪਤਾ ਕਰੋ। ਨੀਚੇ ਕੁਛ ਪਾਰਟ ਨੇ, ਤਾਂ ਤੁਸੀਂ ਜੇ ਬੁੱਕ ਦੇ ਵਿੱਚ ਦੇਖੋਗੇ ਤਾਂ ਉਹ 'ਚ ਮਿਕਸ ਕੁਐਸਚਨ ਨੇ, ਵਿੱਚੇ ਸਾਈਨ ਵਾਲੇ, ਵਿੱਚੇ ਕੌਸ ਵਾਲੇ, ਵਿੱਚੇ ਟੈਨ ਵਾਲੇ। ਤਾਂ ਉਹ ਥੋੜਾ ਸਮਝਣਾ ਤੁਹਾਨੂੰ ਔਖਾ ਲੱਗੂਗਾ। ਤਾਂ ਮੈਨੇ ਕੀ ਕਰਿਆ, ਉਹਨਾਂ ਦੇ ਵਿੱਚੋਂ ਨਾ ਪਹਿਲਾ ਜਿਹੜਾ ਕੁਐਸਚਨ ਆ ਉਹ ਸਿਰਫ ਜੋ ਇੱਕੋ ਜਿਹੇ ਬਿਹੇਵ ਕਰਦੇ ਆ, ਜਿਵੇਂ ਤੁਹਾਨੂੰ ਦੱਸਿਆ ਸੀ ਵੀ ਸਾਈਨ ਤੇ ਉਹਦਾ ਰੈਸੀਪ੍ਰੋਕਲ ਕੋਸੀਕੈਂਟ ਤੇ ਇੱਕ ਟੈਨ, ਤਾਂ ਉਹ ਸਾਰੇ ਜਿਹੜੇ ਇੱਕੇ ਵਾਂਗੂ ਬਿਹੇਵ ਕਰਦੇ ਆ। ਤਾਂ ਮੈਂ ਉੱਪਰ ਲਿਖ ਵੀ ਲਿਆ ਕਿ ਸਾਈਨ, ਕੋਸੀਕੈਂਟ ਤੇ ਟੈਨ ਨੇ ਨਾ ਜਿਹੜੇ ਉਹ -π/2 ਟੂ π/2 ਹੁੰਦੇ ਆ। ਥੋੜਾ ਜਿਹਾ ਫਰਕ ਹੁੰਦਾ, ਤੁਹਾਨੂੰ ਸਮਝਾਉਣ ਲਈ ਲਿਖਿਆ ਜਸਟ ਮੈਨੇ। ਤਾਂ ਇਹ ਆਪਾਂ ਸਿਰਫ ਪਹਿਲੇ ਕੁਐਸਚਨ ਦੇ ਵਿੱਚ ਇਹਨਾਂ ਦੀ ਪ੍ਰਿੰਸੀਪਲ ਵੈਲਿਊ ਕਿਵੇਂ ਪਤਾ ਕਰਨੀ ਆ ਉਹ ਸਿੱਖਾਂਗੇ। ਸੈਕੰਡ ਕੁਐਸਚਨ ਦੇ ਵਿੱਚ ਜੋ ਬਾਕੀ ਤਿੰਨ ਰਹਿ ਗਏ ਉਹਨਾਂ ਦੀ ਪ੍ਰਿੰਸੀਪਲ ਵੈਲਿਊ ਕਿਵੇਂ ਪਤਾ ਕਰਨੀ ਆ ਉਹ ਸਿੱਖਾਂਗੇ। ਤਾਂ ਸ਼ੁਰੂ ਕਰਦੇ ਹਾਂ। ਇੱਕ ਕੁਐਸਚਨ ਨੂੰ ਆਪਾਂ ਪ੍ਰੋਪਰਲੀ ਸਮਝਾਉਣੇ ਆ, ਫਿਰ ਬਾਕੀਆਂ ਦੇ ਆਪਾਂ ਉਹਦੇ ਹੈਲਪ ਨਾਲ ਇਹ ਆਨਸਰ ਲਿਖ ਸਕਾਂਗੇ। ਚਲੋ ਸ਼ੁਰੂ ਕਰਦੇ ਹਾਂ ਪਹਿਲਾ ਪਾਰਟ। ਤਾਂ ਅੱਗੇ ਜਿਹੜਾ ਇਹ ਹੁਣ ਪਹਿਲਾ ਕੁਐਸਚਨ ਹੈ, ਇਹਦੇ ਵਿੱਚ ਪਤਾ ਕੀ ਹੈ, ਇਹਦੇ ਵਿੱਚ ਅੱਗੇ ਦੋ ਤਰ੍ਹਾਂ ਦੇ ਕੁਐਸਚਨ ਨੇ। ਜਾਣੀ ਇੱਕ ਐ ਤਾਂ ਹੈਗੇ ਨੇ ਵੀ ਇੱਕ ਤਰ੍ਹਾਂ ਦੇ ਵੀ ਸਾਈਨ, ਕੋਸੀਕੈਂਟ ਤੇ ਟੈਨ ਵਾਲੇ ਨੇ, ਪਰ ਕੁਝ ਵੈਲਿਊਜ਼ ਪੋਜ਼ਿਟਿਵ ਵਾਲੇ ਨੇ, ਜਿਵੇਂ ਆ ਪੋਜ਼ਿਟਿਵ ਵੈਲਿਊ, ਆ ਪੋਜ਼ਿਟਿਵ ਵੈਲਿਊ, ਆ ਪੋਜ਼ਿਟਿਵ ਲਿਖਿਆ ਪਿਆ, ਕੁਝ ਵਿੱਚੋਂ ਨੈਗੇਟਿਵ ਵਾਲੇ ਪਾਰਟ ਲਿਖੇ ਆ। ਤਾਂ ਇਹ ਵੀ ਜਾਣੀ ਦੋ ਤਰ੍ਹਾਂ ਦੇ ਨੇ। ਤਾਂ ਸ਼ੁਰੂ ਕਰਦੇ ਹਾਂ ਆਪਾਂ। ਸਾਈਨ ਇਨਵਰਸ 1/2, ਇਹਦੀ ਆਪਾਂ ਪ੍ਰਿੰਸੀਪਲ ਵੈਲਿਊ ਪਤਾ ਕਰਨੀ ਆ। ਤੁਸੀਂ ਦੱਸੋ ਵੀ ਜੋ ਇਹਦੀ ਵੈਲਿਊ ਆਊ ਉਹ ਕੀ ਆਊ? ਉਹ ਹਮੇਸ਼ਾ ਇੱਕ ਐਂਗਲ ਆਊ। ਤੁਹਾਨੂੰ ਦੱਸਿਆ ਸੀ ਨਾ ਪਿਛਲੀ ਵੀਡੀਓ ਦੇ ਵਿੱਚ ਵੀ ਸਾਈਨ ਇਨਵਰਸ 1/2 ਦਾ ਮਤਲਬ ਕੀ ਆ ਕਿ ਕਿੰਨੇ ਐਂਗਲ ਤੇ ਵੈਲਿਊ 1/2 ਹੈ। ਤੁਸੀਂ ਵੈਸੇ ਹੀ ਸੋਚ ਕੇ ਦੇਖੋ ਵੀ ਸਾਈਨ ਦੀ ਵੈਲਿਊ 1/2 ਕਿੰਨੇ ਐਂਗਲ ਤੇ ਆਉਂਦੀ ਹੁੰਦੀ ਆ, ਸੋਚ ਕੇ ਦੇਖੋ। 30 ਡਿਗਰੀ ਤੇ ਆਉਂਦੀ ਹੁੰਦੀ ਆ, ਹਨਾ। ਸਾਈਨ 30 1/2 ਹੁੰਦਾ, ਤੇ ਇਹਦਾ ਆਨਸਰ ਸਿੱਧਾ ਹੀ ਕੀ ਆ ਜਾਊਗਾ 30 ਡਿਗਰੀ। ਜਾਂ 30 ਨੂੰ ਆਪਾਂ ਜੇ ਰੇਡੀਅਨ ਚੇਂਜ ਕਰੀਏ ਤਾਂ ਆ ਜਾਊਗਾ π/6, ਠੀਕ ਹੈ। ਪਰ ਉਹਨੂੰ ਐਨ ਪ੍ਰੋਪਰਲੀ ਆਪਾਂ ਲਿਖਦੇ ਹਾਂ। ਉਹ ਕਿਵੇਂ ਲਿਖਣਾ ਤੁਸੀਂ ਦੇਖੋ। ਦੇਖੋ ਆਪਾਂ ਕੀ ਲਿਖਿਆ, ਸਾਈਨ ਇਨਵਰਸ 1/2। ਤੁਹਾਨੂੰ ਕੀ ਦੱਸਿਆ ਇਹਦਾ ਆਨਸਰ ਕੀ ਆਉਂਦਾ ਹੁੰਦਾ? ਜਾਣੀ ਇਹ ਸਾਰੀ ਚੀਜ਼ ਕੀ ਹੈ, ਇਹ ਇੱਕ ਇਹਦਾ ਆਨਸਰ ਜਿਵੇਂ ਤੁਹਾਨੂੰ ਹੁਣ ਦੱਸਿਆ ਸੀ ਵੀ 30 ਡਿਗਰੀ ਹੈ, ਤਾਂ ਇਹ ਇੱਕ ਐਂਗਲ ਹੈ ਜਾਣੀ, ਹਨਾ। ਤਾਂ ਮੈਂ ਇਹਦੇ ਇਕੁਅਲ ਕੀ ਲਿਖ ਲਿਆ, ਐਨ ਐਂਗਲ। ਇਹ ਕਾਹਦੇ ਇਕੁਅਲ ਆ? ਐਨ ਐਂਗਲ। ਉਹ ਐਂਗਲ ਹੋਣਾ ਕੀ ਚਾਹੀਦਾ? ਇਹਦੀ ਪ੍ਰਿੰਸੀਪਲ ਵੈਲਿਊ ਤੁਹਾਨੂੰ ਪਤਾ ਸਾਈਨ ਦੀ ਕੀ ਹੁੰਦੀ ਹੈ, -π/2 ਟੂ π/2। ਤਾਂ ਆਪਾਂ ਲਿਖ ਲਾਂਗੇ ਐਨ ਐਂਗਲ ਇਨ -π/2 ਟੂ π/2 ਹੂਜ਼ ਸਾਈਨ ਇਜ਼ 1/2, ਜਿਹਦਾ ਸਾਈਨ ਹੈ ਮਤਲਬ ਸਾਈਨ ਥੀਟਾ 1/2 ਆਊਗਾ। ਤਾਂ ਇਹ ਇੱਕ ਐਂਗਲ ਆਪਾਂ ਪਤਾ ਕਰਨਾ ਜਿਹਦਾ ਸਾਈਨ 1/2 ਆਉਂਦਾ। ਤਾਂ ਬਸ ਅੱਗੇ ਤੁਹਾਨੂੰ ਪਤਾ ਹੀ ਆ
ਤਾਂ ਉਹਨੂੰ ਆਪਾਂ ਕਿਵੇਂ ਲਿਖਾਂਗੇ ਬਸ ਇੰਪਲਾਈਜ਼ ਦੈਟ ਸਾਈਨ ਇਨਵਰਸ 1/2 ਇਕੁਅਲ ਟੂ, ਤਾਂ ਆਪਾਂ ਰੇਡੀਅਨ 'ਚ ਲਿਖ ਲੈਂਦੇ ਆ π/6। ਬਸ ਇਹੀ ਇਹਦੀ ਪ੍ਰਿੰਸੀਪਲ ਵੈਲਿਊ ਆ। ਤੁਹਾਨੂੰ ਮੈंने ਐਨ ਚੰਗੀ ਤਰ੍ਹਾਂ ਲਿਖਣਾ ਵੀ ਸਿਖਾਤਾ। ਦੇਖੋ ਫਸਟ ਪਾਰਟ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ। ਇਹ ਧਿਆਨ ਰੱਖਣਾ ਵੀ ਇੱਥੇ ਤਾਂ ਹਮੇਸ਼ਾ ਜੋ ਰੇਂਜ ਸੀ ਨਾ ਉਹ ਲਿਖਣੀ ਆ, ਸਾਰਿਆਂ 'ਚ ਐਂ ਨਹੀਂ ਲਿਖ ਦੇਣਾ। ਜੋ ਵੀ ਰੇਂਜ ਹੈ, ਜਿਵੇਂ ਸਾਈਨ ਇਨਵਰਸ ਦੀ ਇੰਨੀ ਰੇਂਜ ਆ ਤਾਂ ਉਹ ਲਿਖੀ ਹੈ, ਤੇ ਬਾਕੀ ਸਾਰਾ ਪਾਰਟ ਸੇਮ ਹੀ ਰਹੂਗਾ। ਹੁਣ ਆਪਾਂ ਪਹਿਲਾਂ ਕੀ ਕਰਦੇ ਆ, ਹੁਣ ਸਾਈਨ ਵਾਲਾ ਦੂਜਾ ਪਾਰਟ ਕਰਨ ਲੱਗਦੇ ਆ। ਦੇਖੋ ਆਪਾਂ ਬੀ ਪਾਰਟ ਕਰ ਰਹੇ ਹਾਂ ਹੁਣ, ਸਾਈਨ ਇਨਵਰਸ -1/2। ਤਾਂ ਇਹਨੂੰ ਆਪਾਂ ਕਿਵੇਂ ਲਿਖ ਲਾਂਗੇ, ਇਹ ਵੀ ਤੁਹਾਨੂੰ ਪਤਾ, ਬਸ ਆ ਇੱਕ ਲਾਈਨ ਯਾਦ ਰੱਖਣੀ ਹੈ ਤੁਸੀਂ, ਹਰੇਕ ਦੇ ਵਿੱਚੋਂ ਲਿਖ ਦੇਣੀ ਹੈ ਕਿ ਸਾਈਨ ਇਨਵਰਸ -1/2 ਵੀ ਕੀ ਹੈ, ਐਨ ਐਂਗਲ ਇਨ -π/2 to π/2 whose sin is -1/2, ਜਿਹਦਾ ਸਾਈਨ -1/2 ਹੈ। ਤਾਂ ਤੁਹਾਨੂੰ ਪਤਾ ਕਿਹਦਾ, ਇਹ ਤੁਸੀਂ ਜੋ ਤਿੰਨੇ ਨੇ ਨਾ ਸਾਈਨ, ਟੈਨ ਤੇ ਕੋਸੀਕੈਂਟ ਇਨਵਰਸ, ਇਹਨਾਂ ਦੇ ਵਿੱਚ ਬਸ ਜੋ ਵੀ ਤੁਸੀਂ 1/2 ਦੀ ਵੈਲਿਊ ਦੇਖ ਲਓ ਕਿੰਨੀ ਸੀ 30 ਜਾਂ π/6, ਤਾਂ ਬਸ -π/6 ਲਿਖ ਦੇਣਾ, ਠੀਕ ਹੈ ਨਾ, ਕਿਉਂਕਿ ਆਪੇ ਇਹ ਪੋਜ਼ਿਟਿਵ ਵੈਲਿਊਜ਼ ਇਧਰਲੇ ਕੁਆਡਰੈਂਟ 'ਚ ਆਈ ਜਾਣਗੀਆਂ, ਬਸ ਅੱਗੇ ਨੈਗੇਟਿਵ ਲਾਉਣ ਨਾਲ ਨੈਗੇਟਿਵ ਵੈਲਿਊਜ਼ ਇਧਰਲੇ ਕੁਆਡਰੈਂਟ 'ਚ। ਪਰ ਇਹ ਯਾਦ ਰੱਖਿਓ ਵੀ ਜੋ ਆਪਾਂ ਸਿਰਫ ਨੈਗੇਟਿਵ ਵਾਲਾ ਇੰਨਾ ਸੌਖੇ ਤਰੀਕੇ ਨਾਲ ਕਰ ਲੈਂਦੇ ਆ, ਮਤਲਬ ਸਿਰਫ ਅੱਗੇ ਮਾਈਨਸ ਲਾ ਦਿੰਦੇ ਆ, ਇਹ ਸਿਰਫ ਸਾਈਨ, ਟੈਨ ਤੇ ਕੋਸੀਕੈਂਟ ਦੇ ਕੇਸ 'ਚ ਹੋਊਗਾ। ਜੋ ਬਾਕੀ ਕੇਸ ਹੋਣਗੇ ਉਹਨਾਂ 'ਚ ਨੈਗੇਟਿਵ ਵਾਲਾ ਕੰਮ ਇੰਨਾ ਸੌਖਾ ਨਹੀਂ ਹੋਊਗਾ। ਅਗਲਾ ਪਾਰਟ ਕਰਦੇ ਹਾਂ ਆਪਾਂ। ਦੇਖੋ ਆਪਾਂ ਸੀ ਪਾਰਟ ਕਰਦੇ ਹਾਂ, ਟੈਨ ਇਨਵਰਸ 1/√3। ਇਹਦੇ ਵਿੱਚ ਵੀ ਆਪਾਂ ਦੇਖੋ ਵੀ ਆਪਾਂ ਲਿਖ ਲਿਆ ਟੈਨ ਇਨਵਰਸ 1/√3 ਕੀ ਹੁੰਦਾ, ਇਹ ਵੀ ਐਨ ਐਂਗਲ ਇਨ -π/2 to π/2। ਇਹ ਕਿੱਥੋਂ ਆਇਆ ਦੇਖੋ, ਫਿਰ ਵੈਲਿਊ ਕਿੱਥੋਂ ਆਈ ਹੈ। ਹੁਣ ਐ ਨਹੀਂ ਵੀ ਹਰੇਕ 'ਚ ਸਕੁਆਇਰ ਬ੍ਰੈਕਟ, ਕਿਉਂਕਿ ਉਹ ਟੇਬਲ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦਿਖਾਉਣਾ, ਟੇਬਲ ਦੇ ਵਿੱਚ ਜੋ ਟੈਨ ਹੈ ਨਾ, ਟੈਨ ਦਾ ਹੈਗਾ ਸੀ -π/2 to π/2 ਰਾਉਂਡ ਬ੍ਰੈਕਟ, ਤਾਂ ਉਹ ਚੀਜ਼ ਆਪਾਂ ਉਰੇ ਲਿਖ ਲਈ ਕਿ ਇਹਦੇ ਵਿੱਚੋਂ ਆਨਸਰ ਆਉਣਾ ਚਾਹੀਦਾ, ਐਂਗਲ ਇਹਦੇ ਵਿੱਚੋਂ ਹੋਣਾ ਚਾਹੀਦਾ। ਹੂਜ਼ ਟੈਨ ਵੀ ਲਿਖ ਸਕਦੇ ਹਾਂ ਜਾਂ ਫੁੱਲ ਫਾਰਮ ਲਿਖ ਸਕਦੇ ਹਾਂ, ਹੂਜ਼ ਟੈਂਜੈਂਟ ਇਜ਼, ਟੈਂਜੈਂਟ ਜਿਹਦੀ ਕਿੰਨੀ ਹੋਵੇ 1/√3। ਤਾਂ ਦੱਸੋ ਕਿਹੜਾ ਐਂਗਲ ਆ ਜਿਹਦੀ ਵੈਲਿਊ 1/√3 ਹੁੰਦੀ ਹੈ। 1/√3 ਟੈਨ ਕਿੰਨਾ ਹੁੰਦਾ, ਟੈਨ ਜਿਹੜਾ 30 ਹੁੰਦਾ ਉਹ 1/√3 ਹੁੰਦਾ, ਮਤਲਬ π/6 ਹੁੰਦਾ। ਤਾਂ ਇਹ ਪਾਰਟ ਵੀ ਆਪਣਾ ਕੰਪਲੀਟ ਹੈ। ਤੇ ਦੇਖੋ ਇਹ ਜਿਹੜਾ ਆਨਸਰ ਹੈ ਇਹਦੇ ਵਿੱਚ ਹੀ ਆਉਣਾ ਚਾਹੀਦਾ ਹੁੰਦਾ। ਨੈਕਸਟ ਪਾਰਟ ਦੇਖੋ, ਟੈਨ ਇਨਵਰਸ -√3। ਤਾਂ ਇਹ ਵੀ ਸੇਮ ਜਿਵੇਂ ਸਾਈਨ ਵਾਲਾ ਨੈਗੇਟਿਵ ਵਾਲਾ ਹੋਇਆ ਸੀ ਉਵੇਂ ਹੋ ਜੂ। ਪਹਿਲੀ ਲਾਈਨ 'ਚ ਲਿਖ ਲਾਂਗੇ ਵੀ ਇਹ ਇੱਕ ਐਂਗਲ ਦੇ ਇਕੁਅਲ ਹੈ, ਉਹ ਸਾਰੀ ਲਾਈਨ ਲਿਖ ਕੇ ਜਿਵੇਂ ਹਰੇਕ ਦੇ ਵਿੱਚ ਆਪਾਂ ਲਿਖਦੇ ਹਾਂ, ਸਿੱਧਾ ਆਨਸਰ ਕਿੰਨਾ ਆ ਜਾਊਗਾ ਇਹਦਾ, ਟੈਨ ਇਨਵਰਸ -√3 ਇਕੁਅਲ ਆ ਜਾਊਗਾ √3 ਕਿੰਨੇ ਤੇ ਵੈਲਿਊ ਹੁੰਦੀ ਹੈ 60 ਡਿਗਰੀ ਤੇ, ਮਤਲਬ π/3 ਤੇ, ਤਾਂ π/3 ਅੱਗੇ ਆ ਜਾਊਗਾ, ਕਿਉਂਕਿ ਇੱਥੇ ਨੈਗੇਟਿਵ ਆ ਤਾਂ ਨੈਗੇਟਿਵ, ਤਾਂ ਬਸ ਪੋਜ਼ਿਟਿਵ ਵੇਲੇ ਪੋਜ਼ਿਟਿਵ, ਨੈਗੇਟਿਵ ਵੇਲੇ ਅੱਗੇ ਮਾਈਨਸ ਲਾ ਦੇਣਾ। ਪਰ ਇਹ ਜੋ ਮਾਈਨਸ ਲਾਉਣਾ ਮੈਂ ਬਾਰ-ਬਾਰ ਕਹਿ ਰਿਹਾ, ਇਹ ਸਿਰਫ ਸਾਈਨ, ਕੋਸੀਕੈਂਟ ਤੇ ਟੈਨ ਵਾਲੇ ਕੇਸ ਜੋ ਆਪਾਂ ਕਰ ਰਹੇ ਹਾਂ ਪਹਿਲੇ ਕੁਐਸਚਨ, ਸਿਰਫ ਉਹਨਾਂ ਵਿੱਚ ਹੀ ਲਾਉਣਾ। ਦੇਖੋ ਨੈਕਸਟ ਪਾਰਟ ਹੀ ਕਰਦੇ ਹਾਂ, ਕੋਸੀਕੈਂਟ ਇਨਵਰਸ 2/√3। ਤਾਂ ਇਹ ਵੀ ਆਪਾਂ ਲਿਖ ਲਾਂਗੇ ਕੋਸੀਕੈਂਟ ਇਨਵਰਸ 2/√3। ਇਹ ਕੀ ਹੈ, ਐਨ ਐਂਗਲ ਇਨ। ਤਾਂ ਹੁਣ ਇਹਦੀ ਜੋ ਰੇਂਜ ਸੀ ਉਹ ਕਿੰਨੀ ਸੀ, ਦੇਖੋ ਟੇਬਲ ਦੇ ਵਿੱਚ ਆਪਾਂ ਦੇਖਦੇ ਹਾਂ ਕੋਸੀਕੈਂਟ ਦੀ ਰੇਂਜ ਕਿੰਨੀ ਸੀ, -π/2 to π/2 -0। ਤਾਂ ਉਹ ਆਪਾਂ ਲਿਖ ਲੈਂਦੇ ਹਾਂ। ਦੇਖੋ ਹਨਾ, ਜੋ ਰੇਂਜ ਹੁੰਦੀ ਹੈ ਨਾ ਵੀ ਰੇਂਜ ਦੇ ਵਿੱਚੋਂ ਹੀ ਐਂਗਲ ਆਉਣਾ ਚਾਹੀਦਾ, ਤਾਂ ਐਂਗਲ ਹੂਜ਼ ਕੋਸੀਕੈਂਟ ਇਜ਼ ਕਿੰਨਾ ਇੱਥੇ 2/√3। ਤਾਂ ਤੁਸੀਂ ਟੇਬਲ ਦੇ ਵਿੱਚੋਂ ਜੇ ਦੇਖੋ 2/√3, ਤਾਂ ਦੇਖੋ ਕੋਸੀਕੈਂਟ ਦੀ ਵੈਲਿਊ 2/√3 ਕਿੱਥੇ ਹੁੰਦੀ ਹੈ, 2/√3 ਹੁੰਦੀ ਹੈ 60 ਡਿਗਰੀ ਤੇ। 60 ਦਾ ਮਤਲਬ π/3 ਤੇ। ਤਾਂ ਇਹ ਪਾਰਟ ਆਪਣਾ ਹੋ ਗਿਆ। ਐਫ ਪਾਰਟ ਵੀ ਆਪਾਂ ਕਰਦੇ ਹਾਂ। ਦੇਖੋ ਕੋਸੀਕੈਂਟ ਇਨਵਰਸ -√2 ਹੈ, ਤਾਂ ਉਵੇਂ ਸਾਰੀ ਲਾਈਨ ਸੇਮ ਲਿਖ ਲੈਣੀ ਆ ਕਿ ਐਂਗਲ ਇਹਦੇ ਵਿੱਚ ਆ ਜਿਹਦਾ ਕੋਸੀਕੈਂਟ ਕਿੰਨਾ -√2। ਤਾਂ ਕਿੰਨਾ ਆ ਜਾਊਗਾ, ਤੁਸੀਂ ਦੇਖ ਲਓ √2 ਕਿੰਨੇ ਤੇ ਹੁੰਦਾ, √2 ਦੇਖੋ ਕੋਸੀਕੈਂਟ ਕਿੱਥੇ ਆ, √2 45 ਡਿਗਰੀ ਤੇ ਆ, ਮਤਲਬ π/4 ਤੇ ਆ ਹਨਾ, ਤਾਂ π/4 ਲਿਖ ਲਾਂਗੇ ਆਨਸਰ। ਤਾਂ ਅੱਗੇ ਮਾਈਨਸ ਹੈ ਤਾਂ ਮਾਈਨਸ ਲਿਖ ਲਾਂਗੇ। ਤਾਂ ਹੁਣ ਤੱਕ ਆਪਾਂ ਫਸਟ ਕੁਐਸਚਨ ਕਰ ਲਿਆ ਜਿਹਦੇ 6 ਪਾਰਟ ਸੀਗੇ, ਜਿਹਦੇ ਵਿੱਚ ਸਿਰਫ ਆਪਾਂ ਸਾਈਨ, ਕੋਸੀਕੈਂਟ ਤੇ ਟੈਨ ਇਨਵਰਸ ਨੂੰ ਸੋਲਵ ਕਰਨਾ ਸਿੱਖਿਆ। ਇਹ 'ਚ ਪੋਜ਼ਿਟਿਵ ਵੈਲਿਊ ਨੂੰ ਸਿੱਧਾ ਪੋਜ਼ਿਟਿਵ ਲਿਖ ਲੈਂਦੇ ਆ,
ਨੈਗੇਟਿਵ ਵੈਲਿਊ ਦੇ ਅੱਗੇ ਮਾਈਨਸ ਲਾ ਦਿੰਦੇ ਆ। ਤਾਂ ਇਹ ਆਪਣਾ ਫਸਟ ਕੁਐਸਚਨ ਹੋ ਗਿਆ। ਸੈਕੰਡ ਕੁਐਸਚਨ ਜਿਹੜਾ ਆਪਾਂ ਲੈਤਾ ਉਹਦੇ ਵਿੱਚ ਵੀ ਪ੍ਰਿੰਸੀਪਲ ਵੈਲਿਊਜ਼ ਪਤਾ ਕਰਨੀਆਂ ਨੇ। ਉਹਦੇ ਵਿੱਚ ਆਪਾਂ cos ਇਨਵਰਸ, cos ਦਾ ਰੈਸੀਪ੍ਰੋਕਲ ਸੀਕੈਂਟ ਤੇ cot ਦੀ ਗੱਲ ਕਰਾਂਗੇ। ਤਾਂ ਪੋਜ਼ਿਟਿਵ ਤਾਂ ਬਿਲਕੁਲ ਸੇਮ ਹੁੰਦਾ। ਪਹਿਲਾਂ ਆਪਾਂ ਪੋਜ਼ਿਟਿਵ ਐਂਗਲ ਦੀ ਗੱਲ ਕਰਦੇ ਹਾਂ। ਦੇਖੋ cos ਇਨਵਰਸ √3/2 ਹੈ, ਤਾਂ ਐਨ ਐਂਗਲ ਇਨ 0 to π। ਹੁਣ 0 to π ਕਿਉਂ ਆ ਗਿਆ? ਕਿਉਂਕਿ ਇਹਦੀ ਰੇਂਜ ਆਪਾਂ ਰੇਂਜ ਲਿਖਣੀ ਆ, ਬਸ ਉਹ ਯਾਦ ਰੱਖਣਾ। ਹੁਣ ਮੈਂ ਬਾਰ-ਬਾਰ ਨਹੀਂ ਦੱਸੂਗਾ। ਤਾਂ ਐਂਗਲ 0 to π ਹੈ ਜਿਹਦਾ cos √3/2 ਆ। ਦੇਖੋ ਹੁਣ cos ਦੀ ਵੈਲਿਊ √3/2 ਕਿੱਥੇ ਹੁੰਦੀ ਆ? ਤਾਂ ਤੁਸੀਂ ਟੇਬਲ ਦੇ ਵਿੱਚ ਦੇਖ ਸਕਦੇ ਹੋ। cos ਦੀ ਵੈਲਿਊ ਜੋ ਹੁੰਦੀ ਹੈ √3/2 ਉਹ 30 ਡਿਗਰੀ ਤੇ ਹੁੰਦੀ ਹੈ, ਮਤਲਬ π/6 ਤੇ ਹੁੰਦੀ ਹੈ। ਬਿਲਕੁਲ ਪਹਿਲਾਂ ਵਾਂਗੂ ਹੀ ਹੋ ਗਿਆ ਇਹ, ਕੋਈ ਫਰਕ ਨਹੀਂ ਹੈਗਾ ਪੋਜ਼ਿਟਿਵ ਵਾਲੇ ਕੇਸ ਦੇ ਵਿੱਚ। ਹੁਣ ਆਪਾਂ ਇਹਦਾ ਬੀ ਪਾਰਟ ਦੇਖਾਂਗੇ, ਇਹਦੇ ਵਿੱਚ ਕਾਫੀ ਜ਼ਿਆਦਾ ਫਰਕ ਆਊਗਾ। ਇਹ ਸਭ ਤੋਂ ਇੰਪੋਰਟੈਂਟ ਪਾਰਟ ਹੈ ਜਿਹੜਾ ਬੀ ਪਾਰਟ ਹੈ, ਇਹਦੇ ਵਿੱਚ ਕਾਫੀ ਗੱਲਾਂ ਕਲੀਅਰ ਹੋਣਗੀਆਂ। ਦੇਖੋ ਹੁਣ cos ਇਨਵਰਸ -√3/2। ਤਾਂ ਦੇਖੋ cos ਇਨਵਰਸ ਆਪਾਂ ਲਿਖ ਲਿਆ ਉਵੇਂ ਐਨ ਐਂਗਲ ਇਨ 0 to π whose cos is -√3/2। ਇਹ ਤਾਂ ਸੇਮ ਹੈ ਹਰੇਕ ਦੇ ਵਿੱਚ ਲਿਖਣਾ, ਹੈ ਨਾ। ਹੁਣ ਇਹਦੇ ਵਿੱਚ ਪ੍ਰੋਬਲਮ ਕੀ ਹੈ, ਮੈਂ ਤੁਹਾਨੂੰ ਥੋੜਾ ਰਫ ਦੇ ਵਿੱਚ ਕਰਕੇ ਦੱਸਦਾ। ਜੇ ਆਪਾਂ ਇਹਦਾ ਆਨਸਰ ਲਿਖਣਾ ਬਸ ਉਰੇ, ਹੈ ਨਾ, ਇੱਕ ਲਾਈਨ 'ਚ ਬਸ ਆਨਸਰ ਲਿਖਣਾ, ਉਹਦੇ ਲਈ ਆਪਾਂ ਨੂੰ ਥੋੜਾ ਜਿਹਾ ਰਫ ਕੰਮ ਕਰਨਾ ਪਊਗਾ। ਤਾਂ ਤੁਸੀਂ ਦੇਖੋ ਜੇ ਮੈਂ √3/2 ਦੇਖਾਂ ਤਾਂ cos ਦੀ ਵੈਲਿਊ √3 ਕਿੱਥੇ ਹੁੰਦੀ ਹੈ? cos ਦੀ ਵੈਲਿਊ √3/2 30 ਡਿਗਰੀ ਤੇ ਹੁੰਦੀ ਹੈ, ਨਾ। ਤਾਂ ਆਪਾਂ 30 ਦਾ ਮਤਲਬ π/6 ਆਨਸਰ ਲਿਖਣਾ ਚਾਹੀਦਾ। ਜੇ ਪੋਜ਼ਿਟਿਵ ਹੁੰਦਾ ਤਾਂ ਠੀਕ ਸੀ, π/6 ਆਪਾਂ ਲਿਖ ਲੈਂਦੇ। ਜੇ ਨੈਗੇਟਿਵ ਹੈ ਤਾਂ ਕਈ ਹੁਣ ਬੱਚੇ ਸੋਚਣਗੇ ਵੀ -π/6 ਲਿਖ ਲਓ, ਪਹਿਲਾਂ ਵੀ ਤਾਂ ਲਿਖਦੇ ਆਏ ਆ, ਪਰ ਇਹ ਗਲਤ ਹੈ। ਉਹਦਾ ਕਾਰਨ ਕੀ ਹੈ ਵੀ ਜਿਹੜਾ π/6 ਸੀਗਾ ਉਹ ਇੱਥੇ ਸੀ, ਠੀਕ ਹੈ ਚਲੋ ਤਾਂ, ਪਰ ਜਿਹੜਾ -π/6 ਹੈ ਇਹ ਤਾਂ ਇੱਥੇ ਆ ਗਿਆ। ਪਰ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ ਵੀ ਜੋ cos ਹੈ, cos ਦੀ ਜਿਹੜੀ ਰੇਂਜ ਹੈ ਉਹ ਇੱਧਰ ਤਾਂ ਹੈ ਨਹੀਂ, ਇਹ ਤਾਂ -π/6 ਤਾਂ ਇੱਥੇ ਆ ਗਿਆ। ਇਹ ਤਾਂ 0 ਤੇ π ਦੇ ਵਿੱਚ ਹੈ ਨਹੀਂ ਇਹਦੀ ਰੇਂਜ ਦੇ ਵਿੱਚ। ਤਾਂ ਆਪਾਂ ਨੂੰ ਆਨਸਰ ਇੱਥੇ ਨਹੀਂ ਚਾਹੀਦਾ, ਆਪਾਂ ਨੂੰ ਸੈਕੰਡ ਕੁਆਡਰੈਂਟ ਦੇ ਵਿੱਚ ਆਨਸਰ ਚਾਹੀਦਾ, ਠੀਕ ਹੈ। ਤਾਂ ਹੀ ਮੈਂ ਕਿਹਾ ਸੀ ਵੀ cos ਵਾਲੇ ਸਮ, ਸੀਕੈਂਟ ਵਾਲੇ ਤੇ cot ਵਾਲੇ ਪਹਿਲਾਂ ਨਾਲੋਂ ਡਿਫਰੈਂਟ ਨੇ। ਉਹਦਾ ਕਾਰਨ ਇਹੀ ਹੈ ਵੀ ਜਦੋਂ ਵੀ ਇਹ ਫਰਕ ਸਿਰਫ ਪੋਜ਼ਿਟਿਵ ਵੈਲਿਊ 'ਚ ਕੋਈ ਫਰਕ ਨਹੀਂ ਪਊਗਾ, ਜਦੋਂ ਇੱਥੇ ਨੈਗੇਟਿਵ ਆ ਗਿਆ cos ਸੀਕੈਂਟ ਤੇ cot ਇਨਵਰਸ ਤਾਂ ਫਰਕ ਪਊਗਾ। ਤਾਂ ਉਹਦਾ ਕਾਰਨ ਕੀ ਹੈ ਵੀ ਆਪਾਂ ਨੈਗੇਟਿਵ ਨਹੀਂ ਐ ਨਹੀਂ ਲਿਖ ਸਕਦੇ ਵੀ -π/6 ਇੱਥੇ ਲਿਖ ਦਈਏ, ਉਹ ਗਲਤ ਹੋ ਜਾਊਗਾ ਕਿਉਂਕਿ ਉਹ ਫੋਰਥ ਕੁਆਡਰੈਂਟ ਦੇ ਵਿੱਚ ਚਲਿਆ ਜਾਊਗਾ। ਆਪਾਂ ਨੂੰ ਜਿਹੜਾ ਆਨਸਰ ਹੈ ਉਹ ਸੈਕੰਡ ਕੁਆਡਰੈਂਟ ਚਾਹੀਦਾ। ਤਾਂ ਉਹਦੇ ਲਈ ਆਪਾਂ ਰਫ 'ਚ ਇਹ ਕੰਮ ਕਰ ਸਕਦੇ ਹਾਂ ਵੀ ਪੋਜ਼ਿਟਿਵ ਵੈਲਿਊ ਦੇਖ ਲਈ π/6, ਬਸ ਤੁਸੀਂ ਇੱਕ ਕੰਮ ਕਰਨਾ, ਇਹਨੂੰ π ਚੋਂ ਮਾਈਨਸ ਕਰ ਦੇਣਾ। ਰਫ 'ਚ ਕਰਕੇ ਦੇਖ ਸਕਦੇ ਹੋ, ਬੁੱਕ ਵਾਲੇ ਸਿੱਧਾ ਆਨਸਰ ਲਿਖ ਦਿੰਦੇ ਨੇ, ਪਰ ਆਪਾਂ ਨੂੰ ਤਾਂ ਕਰਕੇ ਦੇਖਣਾ ਪਊਗਾ ਨਾ। ਤਾਂ ਤੁਸੀਂ ਇਹਨੂੰ ਬਸ π ਚੋਂ ਮਾਈਨਸ ਕਰਨਾ, ਇਹ ਟ੍ਰਿਕ ਹੈ ਇਹਦੀ। 6 ਆ ਜੂਗਾ ਐਲਸੀਅਮ, 6 × π 6π -π, 6π -π 5π/6। ਤਾਂ ਇਹੀ ਇਹਦਾ ਆਨਸਰ ਹੈ। ਤੁਸੀਂ ਜੇ ਦੇਖੋਗੇ ਧਿਆਨ ਨਾਲ ਕਿ ਜਿਹੜਾ 5π/6 ਹੈ ਇਹ 0 to π ਦੇ ਵਿੱਚ ਹੈ, ਤੇ ਇਹੀ ਇਹਦੀ ਵੈਲਿਊ ਆ। ਦੇਖੋ ਸੀ ਪਾਰਟ ਕਰਦੇ ਆ, ਫਿਰ ਨੈਗੇਟਿਵ ਵਾਲਾ ਆ ਗਿਆ। ਤੁਹਾਨੂੰ ਦੱਸਿਆ ਨੈਗੇਟਿਵ ਵਾਲੇ ਦਾ ਫਰਕ ਆ। ਤਾਂ ਉਵੇਂ ਲਿਖ ਲੈਣਾ ਐਨ ਐਂਗਲ ਇਨ ਜੋ ਰੇਂਜ ਹੈ ਸੀਕੈਂਡ ਇਨਵਰਸ ਦੀ ਟੇਬਲ 'ਚੋਂ ਦੇਖ ਕੇ ਉਹ ਤੁਸੀਂ ਲਿਖ ਲੈਣੀ ਆ, ਜਿਹਦੀ ਵੈਲਿਊ -√2 ਹੋਊਗੀ। ਤਾਂ ਪਹਿਲਾਂ ਵਾਂਗੂ ਲਿਖ ਕੇ ਬਸ ਹੁਣ ਸਿੱਧਾ ਆਨਸਰ ਲਿਖਣਾ, ਹੈ ਨਾ। ਆਨਸਰ ਕਿਵੇਂ ਲਿਖਿਆ ਜਾਊਗਾ? ਤੁਸੀਂ ਦੇਖੋ ਵੀ ਸੀਕੈਂਡ ਦੀ ਵੈਲਿਊ √2 ਕਦੋਂ ਹੁੰਦੀ? ਤਾਂ ਜੋ ਸੀਕੈਂਡ ਦੀ ਵੈਲਿਊ ਆ √2 ਉਹ 45 ਤੇ ਹੁੰਦੀ ਹੈ, ਮਤਲਬ π/4 ਤੇ ਹੁੰਦੀ ਹੈ, ਠੀਕ ਹੈ ਨਾ। ਤਾਂ π/4 ਆਪਾਂ ਐ ਸਿੱਧਾ ਨਹੀਂ ਲਿਖਣਾ, ਰਫ 'ਚ ਲਿਖ ਲੈਣਾ ਕਿ π/4 ਤੇ ਇੰਨੀ ਵੈਲਿਊ ਹੁੰਦੀ ਆ। ਜੇ ਨੈਗੇਟਿਵ ਆ ਤਾਂ ਇੱਥੇ ਨੈਗੇਟਿਵ ਲਾ ਕੇ ਕੰਮ ਨਹੀਂ ਚੱਲੂਗਾ। ਸਾਈਨ 'ਚ, ਕੋਸੀਕੈਂਟ 'ਚ ਤੇ ਟੈਨ 'ਚ ਆਪਾਂ ਨੈਗੇਟਿਵ ਲਾ ਕੇ ਆਨਸਰ ਲਿਖ ਦਿੰਦੇ ਤੇ, ਪਰ ਇਹ 'ਚ ਨਹੀਂ। ਇਹਦੇ ਵਿੱਚ ਆਪਾਂ ਨੂੰ π ਚੋਂ ਮਾਈਨਸ ਕਰਨਾ ਪਊਗਾ। ਜਦੋਂ ਮਾਈਨਸ ਕਰਾਂਗੇ ਇੱਥੇ 4 ਆ ਜੂਗਾ ਐਲਸੀਅਮ, 4 × π 4π -π, 4π ਚੋਂ π ਮਾਈਨਸ ਕਰਿਆ 3π/4। ਤਾਂ ਐਵੇਂ ਆਪਾਂ ਉਹ ਵੈਲਿਊ ਤੇ ਪਹੁੰਚ ਜਾਂਦੇ ਹੁੰਦੇ ਆ। ਤਾਂ ਸਿੱਧਾ ਆਨਸਰ ਆਪਾਂ ਲਿਖ ਸਕਦੇ ਹਾਂ ਜਿਹੜੀ ਇਹ ਵੈਲਿਊ ਆ ਇਹਦੇ ਵਿੱਚ ਆਈ ਆ, ਤੇ ਇਹੀ ਆਨਸਰ ਹੈ। ਲਾਸਟ 2 ਪਾਰਟ ਆਪਾਂ ਕਰਨ ਲੱਗੇ ਹਾਂ। ਪਹਿਲਾਂ ਸੇਮ ਉਵੇਂ ਲਿਖ ਕੇ ਵੀ ਇਹ ਐਂਗਲ ਹੈ, ਇਹਦੀ ਡੋਮੇਨ ਦੀ ਜੋ ਵੈਲਿਊ ਆ ਉਹ ਲਿਖ ਕੇ, ਤਾਂ ਇਹਦਾ ਆਨਸਰ ਸਿੱਧਾ ਕਿੰਨਾ ਆ ਜਾਊਗਾ, ਕਿਉਂਕਿ ਇਹ ਤਾਂ ਪੋਜ਼ਿਟਿਵ ਹੈ। ਪੋਜ਼ਿਟਿਵ 'ਚ ਤਾਂ ਕੋਈ ਚੱਕਰ ਹੀ ਨਹੀਂ ਹੁੰਦਾ। ਤਾਂ ਸਿੱਧਾ ਦੇਖਾਂਗੇ cot ਦੀ ਵੈਲਿਊ √3 ਕਿੱਥੇ ਆ, ਤਾਂ ਤੁਸੀਂ ਦੇਖੋਗੇ ਵੀ 30 ਡਿਗਰੀ ਤੇ ਹੁੰਦੀ ਹੈ। ਤਾਂ 30 ਦਾ ਮਤਲਬ π/6, ਬਸ ਇਹ ਆਨਸਰ ਹੈ। ਪਰ ਇਹਦੇ ਵਿੱਚ ਕੀ ਹੋਊਗਾ? ਇਹਦੇ ਵਿੱਚ -√3 ਕਿੱਥੇ ਆ? ਉਹੀ ਗੱਲ ਵੀ π/6 ਤਾਂ ਉਵੇਂ ਹੀ ਹੈ, ਪਰ π ਚੋਂ ਮਾਈਨਸ ਕਰਕੇ ਲਿਖਣਾ ਪਊਗਾ, ਹੈ ਨਾ। ਜੋ ਵੀ ਇੱਥੇ ਆਨਸਰ ਆ ਜਾਊਗਾ 6 ਉਵੇਂ 5π/6 ਆ ਜਾਊਗਾ, ਉਹ ਇਹਦਾ ਆਨਸਰ ਹੈ। ਤਾਂ ਤੁਸੀਂ ਯਾਦ ਰੱਖਣੀਆਂ ਆ, ਤਾਂ ਰਫ 'ਚ ਕੰਮ ਕਰ ਸਕਦੇ ਹੋ, ਇੱਥੇ ਸਿੱਧਾ ਆਨਸਰ ਲਿਖ ਦੇਣਾ। ਤਾਂ ਹੁਣ ਤੱਕ ਆਪਾਂ ਇਹ ਗੱਲ ਕਰੀਏ ਵੀ ਕੁਐਸਚਨ ਕੁੱਲ 2 ਤਰ੍ਹਾਂ ਦੇ ਹੋਣਗੇ।
ਇੱਕ ਤਾਂ ਸਾਈਨ ਕੌਸ ਸਾਈਨ ਕੋਸੀਕੈਂਟ ਤੇ ਟੈਨ ਵਾਲੇ ਤੇ ਇੱਕ ਕੌਸ ਸੀਕੈਂਟ ਤੇ ਕੌਟ ਵਾਲੇ। ਤਾਂ ਜਿਨ੍ਹਾਂ ਦੇ ਵਿੱਚ ਜਿਹੜੇ ਪਹਿਲੇ ਨੇ ਉਹ ਤਾਂ ਸਿੰਪਲ ਹੀ ਨੇ, ਪੋਜ਼ਿਟਿਵ ਵੇਲੇ ਪੋਜ਼ਿਟਿਵ ਆਂਸਰ ਲਿਖ ਦਿਓ, ਨੈਗੇਟਿਵ ਵੇਲੇ ਅੱਗੇ ਮਾਈਨਸ ਕਰਕੇ ਲਿਖ ਦਿਓ, ਉਹ ਤਾਂ ਗੱਲ ਖਤਮ ਹੋ ਗਈ। ਤੇ ਜਿਹੜੇ ਇਹ ਨੇ ਕੌਸ ਸੀਕੈਂਟ ਤੇ ਕੌਟ ਵਾਲੇ, ਇਹਨਾਂ ਦੇ ਵਿੱਚ ਕੀ ਹੋਊਗਾ, ਇਹਨਾਂ ਦੇ ਵਿੱਚ ਪੋਜ਼ਿਟਿਵ ਦਾ ਸੇਮ ਉਵੇਂ ਲਿਖਣਾ, ਪਰ ਜਦੋਂ ਨੈਗੇਟਿਵ ਆਂਸਰ ਆ ਗਿਆ ਤਾਂ ਨੈਗੇਟਿਵ ਆਈ -π/6 ਨਹੀਂ ਹੈ ਲਿਖ ਦੇਣਾ, ਉਹਨੂੰ ਪਾਈ ਚੋਂ ਮਾਈਨਸ ਕਰਕੇ ਰਫ ਚੋਂ ਲਿਖ ਦੇਣਾ। ਉਹਦੇ ਪਿੱਛੇ ਕਾਰਨ ਕੀ ਆ, ਤਾਂ ਕਿ ਸੈਕੰਡ ਕੁਆਡਰੈਂਟ ਦੇ ਵਿੱਚ ਆਪਣਾ ਐਂਗਲ ਆ ਜੇ, ਤਾਂ ਕਰਕੇ ਆਪਾਂ ਐਂ ਕਰਦੇ ਹਾਂ। ਤਾਂ ਬੇਸਿਕ ਗੱਲ ਜੋ ਸੀਗੀ ਉਹ 2 ਕੁਐਸਚਨਾਂ 'ਚ ਆਪਾਂ ਚੰਗੀ ਤਰ੍ਹਾਂ ਸਿੱਖ ਗਏ, ਇਹੀ ਗੱਲ ਸਿੱਖਣੀ ਸੀ। ਹੁਣ ਤਾਂ ਇਹੀ ਗੱਲ ਆਪਾਂ ਬਾਰ-ਬਾਰ ਅਪਲਾਈ ਕਰਾਂਗੇ। ਜੋ ਆਪਾਂ ਲਾਈਨ ਵੀ ਲਿਖਦੇ ਸੀਗੇ ਉਹ ਹਰੇਕ ਦੇ ਵਿੱਚ ਹੁਣ ਲਿਖਣ ਦੀ ਲੋੜ ਨਹੀਂ, ਪਹਿਲੇ 2 ਕੁਐਸਚਨਾਂ ਦੇ ਵਿੱਚ ਤੁਸੀਂ ਲਿਖ ਲੈਣੀ ਆ। ਬਾਕੀ ਕੁਐਸਚਨਾਂ ਦੇ ਵਿੱਚ ਕਿ ਇਹਦੇ ਵਿੱਚ ਐਂਗਲ ਹੈ ਉਹ ਸਾਰੀ ਚੀਜ਼ ਲਿਖਣ ਦੀ ਕੋਈ ਲੋੜ ਨਹੀਂ। ਆਪਾਂ 3rd ਕੁਐਸਚਨ ਸਟਾਰਟ ਕਰਦੇ ਹਾਂ। ਹੁਣ ਉਹ ਨਹੀਂ ਡਿਟੇਲ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਰਨ ਦੀ ਲੋੜ ਨਹੀਂ। ਦੇਖੋ 3rd ਕੁਐਸਚਨ ਕਹਿੰਦੇ ਇਹਨੂੰ ਇਵੈਲੂਏਟ ਕਰੋ ਸਾਈਨ cos ਇਨਵਰਸ 1/2। ਤਾਂ ਤੁਸੀਂ ਡਾਇਰੈਕਟ ਕੀ ਕਰਨਾ, ਸਾਈਨ ਐਜ਼ ਇਟ ਇਜ਼ ਰੱਖ ਲੈਣਾ। ਤੁਸੀਂ ਦੱਸੋ cos ਇਨਵਰਸ 1/2 ਦੀ ਵੈਲਿਊ ਕਿੰਨੀ ਆ। ਇਹ ਤਾਂ ਬਿਲਕੁਲ ਸੌਖਾ ਕੰਮ ਹੈ। cos ਇਨਵਰਸ 1/2 ਦੀ 1/2 ਕਿੰਨੇ ਤੇ ਵੈਲਿਊ ਹੁੰਦੀ ਹੈ, cos 1/2 ਵੈਲਿਊ ਹੁੰਦੀ ਹੈ 60 ਡਿਗਰੀ ਤੇ, ਮਤਲਬ π/3 ਤੇ। ਤਾਂ ਇਹਦਾ ਆਨਸਰ ਆ ਗਿਆ π/3। ਉਹ ਧਿਆਨ ਰੱਖਣਾ ਕਿ ਇਹ ਜੋ ਵੈਲਿਊ ਆ ਇਹਦੀ ਰੇਂਜ 'ਚ ਹੋਣੀ ਚਾਹੀਦੀ ਹੈ। ਤਾਂ ਪੋਜ਼ਿਟਿਵ 'ਚ ਤਾਂ ਕੋਈ ਚੱਕਰ ਨਹੀਂ ਹੁੰਦਾ, ਸਿੱਧੀ ਵੈਲਿਊ ਆ ਜਾਂਦੀ ਹੁੰਦੀ ਆ। ਤਾਂ ਹੁਣ ਸਾਈਨ ਥੀਟਾ, ਸਾਈਨ π/3 ਕਿੰਨਾ ਹੁੰਦਾ, ਹੁਣ ਇਨਵਰਸ ਨਹੀਂ ਹੈਗਾ, ਸਿੰਪਲ। ਸਾਈਨ 60 ਕਿੰਨਾ ਹੁੰਦਾ, √3/2। ਤਾਂ ਬਸ ਇਹ 3rd ਕੁਐਸਚਨ ਆਪਣਾ ਹੋ ਗਿਆ। ਹੁਣ ਆਪਾਂ 4th ਕੁਐਸਚਨ ਕਰਦੇ ਹਾਂ, ਇਹ ਵੀ ਇਵੈਲੂਏਟ ਕਰਨਾ। ਤਾਂ ਇਹ ਇਕੱਲੇ ਪਾਰਟ ਆਪਾਂ ਪਹਿਲਾਂ ਕਰ ਚੁੱਕੇ ਹਾਂ, ਆਹ ਪਾਰਟ ਵੀ ਕਰ ਰੱਖਿਆ, ਇਹ ਪਾਰਟ ਵੀ ਆਪਾਂ ਕਰ ਰੱਖਿਆ। ਤਾਂ ਹੁਣ ਇਕੱਠੇ ਨੇ ਤਾਂ ਇਹਨੂੰ ਉਹਨਾਂ ਡਿਟੇਲ 'ਚ ਲਿਖਣ ਦੀ ਲੋੜ ਨਹੀਂ, ਸਿੰਪਲ ਆਪਾਂ ਲਿਖ ਸਕਦੇ ਹਾਂ। ਦੇਖੋ ਸਾਈਨ ਇਨਵਰਸ -1/2। ਤਾਂ ਸਾਈਨ ਤਾਂ ਤੁਹਾਨੂੰ ਪਤਾ ਸਿੰਪਲ ਹੀ ਹੋ ਜਾਂਦਾ ਹੁੰਦਾ, ਸਾਈਨ 30 ਦੀ ਵੈਲਿਊ ਹੁੰਦੀ ਆ 1/2, ਮਤਲਬ π/6। ਤਾਂ ਅੱਗੇ ਮਾਈਨਸ ਹੈ ਤਾਂ ਮਾਈਨਸ ਲੱਗ ਜੂਗਾ, ਕਿਉਂਕਿ ਤੁਹਾਨੂੰ ਪਤਾ ਸਾਈਨ ਕੋਸੀਕੈਂਟ ਤੇ ਟੈਨ ਦੇ ਵਿੱਚ ਐਂ ਮਾਈਨਸ ਲਿਖ ਕੇ ਕੰਮ ਚੱਲ ਜਾਂਦਾ ਹੁੰਦਾ। ਪਰ ਜਿਹੜਾ ਕੌਸ ਦੇ ਵਿੱਚ ਮਾਈਨਸ ਆ ਜੇ ਇਹ ਐਵੇਂ ਨਹੀਂ ਹੁੰਦਾ। ਪਹਿਲਾਂ ਤਾਂ ਆਪਾਂ ਨੂੰ ਇਹਦੀ ਵੈਲਿਊ ਦੇਖਣੀ ਪਊ ਕਿ ਕੌਸ ਹੈ ਜਿਹੜਾ 1/2 ਉਹ 60 ਡਿਗਰੀ ਤੇ ਹੁੰਦਾ, ਮਤਲਬ π/3 ਤੇ ਹੁੰਦਾ। ਤੇ ਫਿਰ ਇਹਨੂੰ ਇਹੀ ਆਨਸਰ ਨਹੀਂ ਲਿਖਣਾ, ਇਹਨੂੰ ਪਾਈ ਚੋਂ ਮਾਈਨਸ ਕਰ ਲੈਣਾ ਰਫ 'ਚ ਆਪਾਂ ਨੇ। ਤਾਂ 3 × π 3π ਮਾਈਨਸ π, ਤਾਂ ਕਿੰਨਾ ਆ ਜਾਊਗਾ 2π/3। ਤਾਂ ਇਹ ਆ ਜਾਊਗਾ 2π/3। ਤਾਂ ਇਹਨੂੰ ਸੋਲਵ ਕਰਕੇ 6 ਐਲਸੀਐਮ ਆ ਗਿਆ, 6 ਨੂੰ ਕੀਤਾ -π, 6 ਨੂੰ 3 ਨਾਲ ਡਿਵਾਈਡ ਕੀਤਾ 2 2 4π, 4π - π, 3π/6। ਇਹ ਕੈਂਸਲ ਹੋ ਕੇ ਆ ਜਾਊਗਾ π/2। ਤਾਂ ਇਹੀ ਆਪਣਾ ਆਨਸਰ ਹੈ। 5th ਕੁਐਸਚਨ ਦੇ 2 ਪਾਰਟ ਨੇ, ਪਹਿਲਾਂ ਕਰਦੇ ਹਾਂ। tan ਇਨਵਰਸ 1, ਤਾਂ ਡਾਇਰੈਕਟ ਦੱਸੋ ਇਹਦੀ ਕਿੰਨੀ ਵੈਲਿਊ ਆ। ਆਪਾਂ ਨੂੰ ਪਤਾ ਕਿ ਇਹ 45 ਡਿਗਰੀ ਤੇ ਹੁੰਦਾ ਤੇ ਪੋਜ਼ਿਟਿਵ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ, π/4 ਆ ਗਿਆ। ਹੁਣ ਦੇਖੋ cos ਇਨਵਰਸ ਫਿਰ -1/2 ਆ ਗਿਆ। ਪਿਛਲੇ ਪਾਰਟ 'ਚ ਵੀ ਆਪਾਂ ਕਰ ਰੱਖਿਆ ਕਿ cos ਹੈ ਜੋ ਉਹ 1/2 ਕਿੰਨੇ ਤੇ ਹੁੰਦਾ, ਉਹ ਹੁੰਦਾ π/3 ਤੇ, ਮਤਲਬ 60 ਡਿਗਰੀ ਤੇ। ਪਰ ਨੈਗੇਟਿਵ ਹੋਣ ਕਰਕੇ, ਕਿਉਂਕਿ ਇਹ ਦੂਜੀ ਫੈਮਿਲੀ ਨੂੰ ਬਿਲੋਂਗ ਕਰਦਾ, cos ਸੀਕੈਂਟ ਤੇ cot ਵਾਲੀ ਨੂੰ, ਤਾਂ ਇਹਨੂੰ ਪਾਈ ਚੋਂ ਮਾਈਨਸ ਕਰ ਦੇਣਾ। ਤਾਂ 3 ਐਲਸੀਐਮ, 3 × π 3π ਮਾਈਨਸ π, 2π/3। ਇਹ ਜੋ ਆਪਾਂ ਕੰਮ ਕਰਦੇ ਹਾਂ ਪਾਈ ਚੋਂ ਮਾਈਨਸ ਕਰਨ ਵਾਲਾ, ਇਹ ਆਪਾਂ ਤਾਂ ਕਰਦੇ ਹਾਂ ਤਾਂ ਕਿ ਆਪਾਂ ਪਾਈ ਚੋਂ ਮਾਈਨਸ ਕਰਕੇ ਸੈਕੰਡ ਕੁਆਡਰੈਂਟ ਦੇ ਵਿੱਚ ਉਹ ਵੈਲਿਊ ਉਨੀ ਆ ਜਾਂਦੀ ਹੁੰਦੀ ਹੈ, ਨਹੀਂ ਤਾਂ ਆਪਾਂ ਨੂੰ ਲੱਭਣੀ ਔਖੀ ਹੈ ਕਿ ਕਿੱਥੇ ਵੈਲਿਊ ਆ। ਬੁੱਕ ਵਾਲੇ ਤਾਂ ਬਿਨਾ ਮਾਈਨਸ ਕਰੇ ਡਾਇਰੈਕਟ ਆਨਸਰ ਲਿਖ ਦਿੰਦੇ ਆ, ਤਾਂ ਆਪਾਂ ਨੂੰ ਉਹ ਕਰਕੇ ਦੇਖਣਾ ਪਊਗਾ। ਤਾਂ 4 3 12 ਐਲਸੀਐਮ, 3π, 4 2 8π, ਇਹ ਆ ਗਿਆ 11π/12। ਤਾਂ ਇਹ ਪ੍ਰਿੰਸੀਪਲ ਵੈਲਿਊ ਆ ਗਈ। ਤਾਂ ਜਿਹੜਾ ਸੈਕੰਡ ਪਾਰਟ ਹੈ ਮੈਂ ਤੁਹਾਡੇ ਲਈ ਛੱਡ ਰਿਹਾ, ਤੁਸੀਂ ਆਪ ਕਰਨਾ। ਦੇਖੋ ਇਹਦੀ ਵੈਲਿਊ ਕਿੰਨੀ ਆ ਜੂਗੀ, 60 ਡਿਗਰੀ ਤੇ ਹੁੰਦਾ ਇਹ, ਮਤਲਬ π/3। ਤੇ cot ਹੈ ਜਿਹੜਾ, ਇਹ ਆਪਾਂ ਨੂੰ ਪਤਾ ਇਹ ਦੂਜੀ ਫੈਮਿਲੀ ਦੇ ਵਿੱਚ ਆ ਰਿਹਾ। ਤਾਂ ਇਹਦੇ ਵਿੱਚ ਜੋ -√3 ਹੈ, ਇਹਨੂੰ ਆਪਾਂ ਉਵੇਂ ਪਾਈ ਚੋਂ ਮਾਈਨਸ ਕਰਕੇ ਕਰਨਾ ਪਊਗਾ। ਇਹ ਤੋਂ ਤੁਸੀਂ ਆਪੇ ਕਰਨਾ। ਨੈਕਸਟ 2 ਕੁਐਸਚਨ ਕਰਦੇ ਹਾਂ ਆਪਾਂ 6th ਤੇ 7th। ਦੇਖੋ ਇਹ ਵੀ ਸੇਮ ਹੈ। cos ਇਨਵਰਸ 1/2 ਕਿੰਨੇ ਤੇ ਵੈਲਿਊ ਹੁੰਦੀ ਹੈ, ਇਹ ਤਾਂ ਬਿਲਕੁਲ ਸਿੰਪਲ ਕੁਐਸਚਨ ਹੈ। ਤਾਂ cos ਇਨਵਰਸ 1/2 ਆ ਜੋ ਵੈਲਿਊ ਹੁੰਦੀ ਆ ਉਹ 60 ਡਿਗਰੀ ਤੇ ਹੁੰਦੀ ਹੈ, ਨਾ। 60 ਨੂੰ ਆਪਾਂ ਲਿਖਦੇ ਹੁੰਦੇ ਆ π/3, ਠੀਕ ਹੈ। ਤਾਂ 2 ਐਜ਼ ਇਟ ਇਜ਼। ਸਾਈਨ ਇਨਵਰਸ 1/2 ਕਿੰਨੇ ਤੇ ਹੁੰਦਾ, 30 ਡਿਗਰੀ ਤੇ। 30 ਨੂੰ ਆਪਾਂ ਲਿਖਦੇ ਹੁੰਦੇ ਆ π/6, ਠੀਕ ਹੈ। ਤਾਂ ਪੋਜ਼ਿਟਿਵ ਵੈਲਿਊ ਸੀਗੀਆਂ ਤਾਂ ਕਰਕੇ ਕੋਈ ਕੰਮ ਔਖਾ ਨਹੀਂ ਹੈਗਾ। π/3,
ਤਾਂ 2 ਨਾਲ ਇਹ 6 ਕੈਂਸਲ ਹੋ ਕੇ ਇੱਥੇ ਵੀ 3 ਆ ਜਾਊਗਾ, ਇਹ ਵੀ π/3, ਤਾਂ 3 ਆ ਜਾਊਗਾ ਐਲਸੀਐਮ π + π 2π/3 ਇਹਦਾ ਆਨਸਰ ਹੈ ਆਪਣਾ। ਨੈਕਸਟ ਕਰਦੇ ਹਾਂ 7th ਕੁਐਸਚਨ। ਤਾਂ ਤੁਸੀਂ ਦੇਖੋ tan cos sin, ਤਾਂ ਕੱਲਾ ਕੱਲਾ ਪਾਰਟ ਆਪਾਂ ਪਹਿਲਾਂ ਵੀ ਕਰ ਰੱਖਿਆ, ਤਾਂ ਇੱਕੋ ਵਾਰ ਚ ਆਪਾਂ ਇਕੱਠਾ ਕਰਦੇ ਹਾਂ, ਐਵੇਂ ਤਿੰਨੇ ਵੈਲਿਊਜ਼ ਆਪਾਂ ਲਿਖ ਲਾਂਗੇ, ਫਿਰ ਇਹਨਾਂ ਨੂੰ ਆਪਾਂ ਐਡ ਕਰ ਲਾਂਗੇ। ਤਾਂ ਦੇਖੋ tan ਇਨਵਰਸ -1/√3, ਤਾਂ tan ਤਾਂ ਪਹਿਲੀ ਫੈਮਿਲੀ ਹੈ, ਬਿਲਕੁਲ ਸੌਖਾ ਕੰਮ ਹੈ। 1/√3 ਕਿੰਨੇ ਤੇ ਵੈਲਿਊ ਹੁੰਦੀ ਹੈ, ਤੁਸੀਂ ਟੇਬਲ ਉਹ ਯਾਦ ਰੱਖਣਾ, ਇਹਦੇ ਵਿੱਚੋਂ ਸਾਰੀਆਂ ਵੈਲਿਊਜ਼ ਤੁਹਾਨੂੰ ਆਸਾਨੀ ਨਾਲ ਪਤਾ ਚੱਲੀ ਜਾਣਗੀਆਂ। ਤਾਂ ਜੋ tan 1/√3 ਹੁੰਦਾ ਤਾਂ ਉਹ 30 ਡਿਗਰੀ ਤੇ ਹੁੰਦਾ ਹੈ ਨਾ, ਤਾਂ 30 ਦਾ ਮਤਲਬ π/6। ਇਹ ਤਾਂ ਪਹਿਲੀ ਫੈਮਿਲੀ ਆ, ਤਾਂ ਅੱਗੇ ਮਾਈਨਸ ਲਾ ਕੇ ਹੀ ਕੰਮ ਚੱਲ ਜੂਗਾ, ਪਾਈ ਚੋਂ ਮਾਈਨਸ ਕਰਨ ਦੀ ਕੋਈ ਲੋੜ ਨਹੀਂ। ਤੇ ਜੋ ਸਾਈਨ ਹੈ ਇਹ ਵੀ ਪਹਿਲਾਂ ਲਿਖ ਲੈਣੇ ਆ, 1/2 ਸਿੰਪਲ ਹੁੰਦਾ 30 ਤੇ ਇਹ ਵੀ π/6 ਆ ਜਾਊਗਾ। ਤੇ ਜੋ cos ਇਨਵਰਸ -√3/2 ਆ, ਇਹ 'ਚ ਨੈਗੇਟਿਵ ਪ੍ਰੋਬਲਮ ਕ੍ਰੀਏਟ ਕਰਦਾ ਹੁੰਦਾ। √3/2 ਵੈਲਿਊ ਕਿੰਨੇ ਤੇ ਆਉਂਦੀ ਹੈ cos ਦੀ, 30 ਡਿਗਰੀ ਤੇ, ਮਤਲਬ π/6 ਤੇ, ਪਰ ਇਹਨੂੰ ਪਾਈ ਚੋਂ ਮਾਈਨਸ ਕਰਨਾ ਜ਼ਰੂਰੀ ਹੈ ਕਿਉਂਕਿ ਸੈਕੰਡ ਫੈਮਿਲੀ ਆ। ਤਾਂ 6π - π 5π/6, ਤਾਂ ਐਵੇਂ ਆਪਾਂ ਲਿਖ ਲੈਣਾ। ਤਾਂ ਤੁਸੀਂ ਦੇਖ ਰਹੇ ਹੋ ਪੋਜ਼ਿਟਿਵ ਤੇ ਨੈਗੇਟਿਵ ਕੈਂਸਲ ਹੋ ਜਾਣਗੇ, ਆਨਸਰ ਸਿਰਫ 5π/6 ਆ ਜਾਊਗਾ। ਅੱਜ ਦਾ ਲਾਸਟ ਕੁਐਸਚਨ ਆਪਾਂ ਕਰਨ ਲੱਗੇ ਹਾਂ 8th। ਤਾਂ tan ਇਨਵਰਸ 2 sin, ਅੱਗੇ sin ਦੇ ਵਿੱਚ ਫੰਕਸ਼ਨ ਹੈ 2 cos ਇਨਵਰਸ √3/2। ਤਾਂ ਇਹਨੂੰ ਆਪਾਂ ਸਾਰੇ ਨੂੰ ਸੋਲਵ ਕਰਨ ਲਈ ਕੀ ਕਰਨਾ, ਇਹਨੂੰ ਵਿੱਚੋਂ ਸ਼ੁਰੂ ਕਰਾਂਗੇ ਬਿਲਕੁਲ। ਤਾਂ ਦੇਖੋ tan ਇਨਵਰਸ ਐਜ਼ ਇਟ ਇਜ਼ ਰੱਖ ਲੈਂਦੇ ਆ, 2 sin ਵੀ ਐਜ਼ ਇਟ ਇਜ਼, ਬ੍ਰੈਕਟ ਸ਼ੁਰੂ 2 ਦਾ 2। ਹੁਣ ਇਹਦੀ ਵੈਲਿਊ ਦੱਸੋ ਕਿੰਨੀ ਹੁੰਦੀ ਆ, cos ਇਨਵਰਸ √3/2। ਤਾਂ ਦੇਖੋ ਸਿੰਪਲ ਪੋਜ਼ਿਟਿਵ ਆ, ਤਾਂ ਕਰਕੇ ਬਿਲਕੁਲ ਸਿੰਪਲ ਵੈਲਿਊ ਆ ਜੂ। ਕਿੰਨੀ ਹੁੰਦੀ ਆ ਉਹ, √3/2 ਹੁੰਦਾ, ਸਾਈਨ ਦਾ ਉਲਟਾ ਹੁੰਦਾ ਨਾ, ਇਹ ਕੰਪਲੀਮੈਂਟ ਹੁੰਦਾ 30 ਡਿਗਰੀ। ਤਾਂ 30 ਦਾ ਮਤਲਬ ਹੁੰਦਾ π/6, ਠੀਕ ਹੈ ਨਾ। ਤਾਂ 2 ਤੇ 6 ਕੈਂਸਲ ਹੋ ਕੇ ਇੱਥੇ 3 ਆ ਜਾਊਗਾ। ਤਾਂ tan ਇਨਵਰਸ 2 ਵੀ ਐਜ਼ ਇਟ ਇਜ਼, ਸਾਈਨ ਐਜ਼ ਇਟ ਇਜ਼, ਵਿੱਚ ਆ ਗਿਆ π/3, ਠੀਕ ਹੈ। ਤਾਂ ਦੇਖੋ tan ਇਨਵਰਸ 2 ਸਾਈਨ π/3 ਦਾ ਮਤਲਬ ਸਾਈਨ 60 ਡਿਗਰੀ, ਸਾਈਨ 60 ਦੀ ਇੱਥੇ ਇਨਵਰਸ ਨਹੀਂ ਹੈਗਾ, ਸਿੰਪਲ ਹੈ। ਤਾਂ ਸਾਈਨ 60 ਕਿੰਨਾ ਹੁੰਦਾ, √3/2, ਠੀਕ ਹੈ ਨਾ। ਤਾਂ 2 ਨਾਲ 2 ਕੈਂਸਲ ਹੋ ਗਿਆ, ਇੱਥੇ ਬਚ ਕੀ ਗਿਆ ਸਿਰਫ tan ਇਨਵਰਸ √3। ਤਾਂ ਹੁਣ ਦੇਖੋ tan ਇਨਵਰਸ √3 ਕਿੰਨੇ ਤੇ ਹੁੰਦਾ, tan ਦੀ ਵੈਲਿਊ √3 ਕਿੰਨੇ ਐਂਗਲ ਤੇ ਹੁੰਦੀ ਹੈ, 30 ਡਿਗਰੀ ਤੇ, ਸੌਰੀ 60 ਡਿਗਰੀ ਤੇ। ਤਾਂ 60 ਨੂੰ ਆਪਾਂ ਲਿਖਦੇ ਹਾਂ π/3, ਤੇ ਇਹੀ ਆਨਸਰ ਹੈ। ਤਾਂ ਇਹ ਸਾਰੀ ਐਕਸਰਸਾਈਜ਼ ਆਪਣੀ ਕੰਪਲੀਟ ਹੋ ਚੁੱਕੀ ਹੈ। ਕੱਲ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਨੈਕਸਟ ਐਕਸਰਸਾਈਜ਼ ਸ਼ੁਰੂ ਕਰਾਂਗੇ। ਥੈਂਕ ਯੂ।